ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 4034049501 4034049501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਸੋ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਸੁਨੇਹੇ। ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਜਿਨ੍ਹਾਂ ਦਾ ਆਫਿਸ ਹੈ ਜੀ ਏਅਰਪੋਰਟ ਰੋਡ, ਐਰੋ ਸਿਟੀ, ਮੁਹਾਲੀ ਦੇ ਵਿੱਚ, ਇਹ ਤੁਹਾਨੂੰ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਪਲਾਟਸ ਦਵਾ ਸਕਦੇ ਨੇ। ਜੇਕਰ ਕੋਈ ਸ਼ੋਰੂਮ ਲੈਣਾ ਉਹ ਵੀ ਤੁਸੀਂ ਲੈ ਸਕਦੇ ਹੋ। ਕੋਠੀ ਬਣਾ ਕੇ ਰੈਂਟ 'ਤੇ ਦੇਣੀ ਹੈ, ਉਹਦਾ ਕੇਅਰ ਟੇਕ ਕਰਾਉਣਾ ਹੈ, ਜਾਂ ਗਰੰਟਿਡ ਰੈਂਟਲ ਪ੍ਰੋਪਰਟੀਜ਼ ਲੈਣੀ ਹੈ ਤਾਂ ਬਹੁਤ ਵਧੀਆ ਤੁਹਾਨੂੰ ਸਲਾਹ ਦੇ ਸਕਦੇ ਨੇ। ਫੋਨ ਨੰਬਰ 8936000000 ਜਾਂ ਫਿਰ 9855585960 9855540009। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਸੰਪਰਕ ਕਰੋ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 ਤੇ। ਢਿੱਲੋਂ ਸਾਹਿਬ
ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ, ਬੜੇ ਲਲਕਾਰੇ ਮਾਰ ਰਹੇ ਸੀ ਕਈ ਐਮਐਲਏ ਵੀ ਸਾਨੂੰ ਬਾਹਰ ਆ ਜਾਣਾ ਚਾਹੀਦਾ ਸਰਕਾਰ ਤੋਂ, ਲੋਕ ਸਾਨੂੰ ਵੜਨ ਨਹੀਂ ਦੇ ਰਹੇ, ਲੱਗਦਾ ਹੈਲਮਟ ਬਣਾਉਣੇ ਪੈਣਗੇ। ਜੇ ਉਦੋਂ ਕਹਿੰਦੇ ਸੀ ਵੀ ਹੈਲਮਟ ਬਣਾਉਣੇ ਪੈਣੇ ਆ, ਹੁਣ ਤਾਂ ਮੈਨੂੰ ਲੱਗਦਾ ਸਰੀਰ ਦੇ ਕਵਚ ਬਣਾਉਣੇ ਪੈਣੇ, ਜਿਵੇਂ ਪੁਰਾਣੇ ਘੋੜਸਵਾਰਾਂ ਦੇ ਲੜਾਈਆਂ 'ਚ ਵੇਖੇ ਸੀਗੇ। ਹਰਿਆਣਾ ਵਿਧਾਨ ਸਭਾ ਦੇ ਵਿੱਚ ਜਿਹੜੀ ਹੈ ਖੱਟੜ ਸਰਕਾਰ ਬੇਭਰੋਸਗੀ ਦਾ ਮਤਾ ਜਿਹੜਾ ਉਹਦੇ ਖਿਲਾਫ ਜਿਹੜਾ ਡਿੱਗ ਗਿਆ। ਦੇਖੋ ਦਾਨੀਆਲੀਆ ਸਾਹਿਬ, ਜਦੋਂ ਆਪਾਂ ਬੇਭਰੋਸਗੀ ਦੇ ਮਤੇ ਦੀ ਡਿੱਗਣ ਦੀ ਗੱਲ ਕਰਦੇ ਹਾਂ, ਇਹਦੀ ਇਬਾਰਤ ਪਹਿਲਾਂ ਹੀ ਲਿਖ ਦਿੱਤੀ ਸੀ ਜੀ। 3 ਕਾਲੇ ਕਾਨੂੰਨ ਪਾਸ ਹੋਏ ਆ ਪਾਰਲੀਮੈਂਟ 'ਚੋਂ। ਲੋਕ ਸਭਾ ਦੇ ਵਿੱਚ ਬਹੁਤ ਸੰਮਤੀ ਹੈ, ਭਾਰਤੀ ਜਨਤਾ ਪਾਰਟੀ ਦੀ ਕੋਈ ਸਮੱਸਿਆ ਨਹੀਂ ਸੀ ਜੀ। ਰਾਜ ਸਭਾ ਦੇ ਵਿੱਚ ਕਿਸੇ ਵੀ ਕੀਮਤ ਦੇ ਵਿੱਚ ਉਹ ਬਿੱਲ ਪਾਸ ਨਹੀਂ ਸੀ ਹੋ ਸਕਣੇ ਜੇ ਠੀਕ ਤਰੀਕੇ ਨਾਲ, ਜਿਵੇਂ ਮੈਂਬਰਾਂ ਦੀ ਮੰਗ ਸੀ, ਵੋਟਿੰਗ ਕਰਵਾਈ। ਅੱਛਾ ਜੀ। ਉੱਥੇ ਡਿਮਾਂਡ ਕੀਤੀ ਸੀਗੀ ਜੀ ਵੋਟਿੰਗ ਜਿਹੜੀ ਹੈਗੀ ਹੈ ਗੁਪਤ ਤਰੀਕੇ ਨਾਲ ਕਰਵਾਈ ਜਾਵੇ, ਲੇਕਿਨ ਰਾਜ ਸਭਾ ਦੇ ਉਪ ਚੇਅਰਮੈਨ ਨੇ ਜੀ ਕਹਿ ਦਿੱਤਾ ਜੀ ਲੋਕਾਂ ਨੇ ਬਸ ਠੀਕ ਹੈ ਬਹੁ ਗਿਣਤੀ ਨੇ ਹੱਥ ਖੜੇ ਕਰਤੇ। ਉਹਦਾ ਨਤੀਜਾ ਕੀ ਹੋਇਆ ਕਿ ਕਈ ਰਾਜ ਸਭਾ ਦੇ ਮੈਂਬਰਾਂ ਨੂੰ ਮਹਾਤਮਾ ਗਾਂਧੀ ਦੇ ਸਟੈਚੂ ਦੇ ਹੇਠ ਸਾਰੀ ਰਾਤ ਬੈਠਣਾ ਪਿਆ। ਉਹਨਾਂ ਨੇ ਇੱਥੇ ਭੁੱਖ ਹੜਤਾਲ ਰੱਖੀ, ਧਰਨਾ ਦਿੱਤਾ। ਸਵੇਰੇ ਉਹੀ ਉਪ ਚੇਅਰਮੈਨ ਸਾਹਿਬ ਚਾਹ ਦਾ ਡੋਲੂ ਲੈ ਕੇ ਚਲੇ ਗਏ ਜੀ ਕਿ ਜੀ ਚਾਹ ਪੀ ਲਓ, ਤੇ ਉਹਨਾਂ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ ਤੇ ਬੜੀ ਬੇਸ਼ਰਮੀ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਇਹਨੂੰ ਹਾਈਲਾਈਟ ਕੀਤਾ। ਅੱਛਾ ਜੀ। ਕਿ ਕਿੱਡਾ ਵਧੀਆ ਜੀ, ਇਹ ਦੇਖੋ ਧਰਨੇ ਤੇ ਬੈਠੇ ਤੇ ਉਪ ਸਭਾਪਤੀ ਉਹਨਾਂ ਦੇ ਲਈ ਚਾਹ ਲੈ ਕੇ ਗਏ, ਲੇਕਿਨ ਉਪ ਸਭਾਪਤੀ ਨੇ ਕਿੱਡਾ ਵੱਡਾ ਜ਼ੁਰਮ ਕੀਤਾ ਹੈ, ਲੋਕਤੰਤਰ ਦਾ ਘਾਣ ਕੀਤਾ ਹੈ। ਇਧਰ ਧਿਆਨ ਕਿਉਂ ਨਹੀਂ ਗਿਆ? ਇਹਦਾ ਮਤਲਬ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਗਿਆ, ਇਹਦੀ ਇਬਾਰਤ ਵੀ ਪਹਿਲਾਂ ਹੀ ਲਿਖੀ ਗਈ ਸੀ। ਜਿਵੇਂ ਰਾਜ ਸਭਾ ਦੇ ਵਿੱਚ ਉਹ ਕਾਨੂੰਨ ਪਾਸ ਕੀਤੇ ਗਏ ਹੈ ਤੇ ਉਹਨਾਂ ਦੀ ਇਬਾਰਤ ਪਹਿਲਾਂ ਲਿਖੀ ਗਈ ਸੀ ਜੀ, ਉਹੀ ਪੋਜੀਸ਼ਨ ਜਿਹੜੀ ਹੈਗੀ ਹੈ ਹਰਿਆਣਾ ਵਿਧਾਨ ਸਭਾ 'ਚ ਹੋਈ। ਅੱਛਾ ਜੀ। ਇੱਥੇ ਵੋਟਿੰਗ ਨਹੀਂ ਕਰਾਈ, ਗੁਪਤ ਵੋਟਿੰਗ ਨਹੀਂ ਕਰਵਾਈ। ਹਾਲਾਂਕਿ ਜਦੋਂ ਇਹ ਮਤਾ ਪੇਸ਼ ਕੀਤਾ ਹੈ ਬੇਭਰੋਸਗੀ ਦਾ, ਭੁਪਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਆਪੋਜੀਸ਼ਨ ਦੇ ਲੀਡਰ ਹੈ ਜੀ, ਉਹਨਾਂ ਨੇ ਇਹ ਡਿਮਾਂਡ ਕੀਤੀ ਸੀ ਸਪੀਕਰ ਸਰ ਕਿਰਪਾ ਕਰਕੇ ਗੁਪਤ ਵੋਟਿੰਗ ਕਰਵਾਈ ਜਾਵੇ। ਪਰ ਸਪੀਕਰ ਤਾਂ ਉਹਨਾਂ ਦਾ ਹੀ ਹੈ ਨਾ। ਸਪੀਕਰ ਉਹਨਾਂ ਦਾ, ਸਪੀਕਰ ਨੇ ਗੁਪਤ ਵੋਟਿੰਗ ਨਹੀਂ ਕਰਵਾਈ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵਿਧਾਇਕ ਇਹ ਗੱਲ ਕਹਿੰਦੇ ਸੀ ਕਿ ਸਾਨੂੰ ਸਿਰਾਂ ਤੇ ਲੋਹੇ ਦੇ ਹੈਲਮਟ ਪਾਉਣੇ ਪੈਣਗੇ। ਜੀ ਜੀ, ਵਾਕਈ ਵਿਧਾਇਕ ਕਹਿੰਦੇ ਸੀ। ਵਿਧਾਇਕ ਜਦੋਂ ਬੈਠੇ ਸੀ ਅੰਦਰ, ਉਸ ਵੇਲੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਲੋਕ ਖੜੇ ਸੀਗੇ। ਉਹਨਾਂ ਦੇ ਪਰਿਵਾਰਾਂ ਦੇ ਕੋਲ ਜਾ ਕੇ ਕਹਿ ਰਹੇ ਸੀ ਸਮਝਾਓ ਆ ਜਿਹੜਾ ਹੈਗਾ ਟੋਹਾਣਾ ਵਾਲਾ ਐਮਐਲਏ ਬਬਲੀ। ਅੱਛਾ ਜੀ। ਬਬਲੀ ਦੇ 2 ਭਰਾ ਜਿਹੜਾ ਹੈਗਾ ਮਿੰਟ ਦੇ ਉੱਤੇ ਟੈਲੀਫੋਨ ਕਰਕੇ ਦੱਸੇ ਸੀ ਹਾਲਤ ਕੀ ਹੈ। ਬਬਲੀ ਚਾਹੁੰਦਾ ਸੀ ਕਿ ਮੈਂ ਆਪਣੀ ਗੱਲ ਕਰਾਂ। ਬਬਲੀ ਨੇ ਵਿਧਾਨ ਸਭਾ ਦੇ ਸੈਸ਼ਨ 'ਚ ਹਿੱਸਾ ਲੈਣ ਤੋਂ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਕਿਸਾਨਾਂ ਦੇ ਨਾਲ ਧਰੋਹ ਕਮਾਇਆ ਜਾ ਰਿਹਾ ਹੈ ਜੀ, ਔਰ ਸਾਨੂੰ ਭਾਰਤੀ ਜਨਤਾ ਪਾਰਟੀ ਤੋਂ ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ, ਕੋਲੀਸ਼ਨ ਚੋਂ ਬਾਹਰ ਆ ਜਾਣਾ ਚਾਹੀਦਾ। ਉਹ ਕਿਉਂ ਕਹਿ ਰਿਹਾ ਸੀ? ਕਿਉਂਕਿ ਦਾਨੀਆਲੀਆ ਸਾਹਿਬ ਜੀ, ਆਪਾਂ ਦੇਖੀਏ ਚੌਧਰੀ ਦੇਵੀ ਲਾਲ ਜੀ ਨੂੰ ਕਦੇ ਕਿਸਾਨਾਂ ਦਾ ਮਸੀਹਾ ਕਿਹਾ ਗਿਆ ਸੀ। ਸਰ ਛੋਟੂ ਰਾਮ ਤੋਂ ਬਾਅਦ ਦੇਵੀ ਲਾਲ ਹੀ ਸੀ ਜਿਨ੍ਹਾਂ ਨੂੰ, ਸਰ ਛੋਟੂ ਰਾਮ ਤੋਂ ਬਾਅਦ ਜੇ ਕੋਈ ਭਾਰਤ ਦਾ ਵੱਡਾ ਲੀਡਰ ਹੋਇਆ ਕਿਸਾਨਾਂ ਦਾ, ਚੌਧਰੀ ਚਰਨ ਸਿੰਘ ਜੀ। ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਵੀ ਬਣੇ, ਉਹ ਤੋਂ ਬਾਅਦ ਹੋਏ ਆ ਚੌਧਰੀ ਦੇਵੀ ਲਾਲ। ਔਰ ਜਿਵੇਂ ਚੌਧਰੀ ਦੇਵੀ ਲਾਲ ਨੇ ਕਿਸਾਨਾਂ ਦੀ ਤਰਜਮਾਨੀ ਕੀਤੀ, ਕਿਸਾਨਾਂ ਦੀ ਰਹਿਨੁਮਾਈ ਕੀਤੀ, ਉਹਨਾਂ ਦੀ ਖਾਤਰ ਉਹਨਾਂ ਨੇ ਜਦੋਜਹਿਦ ਕੀਤੀ ਤੇ ਲੋਕਾਂ ਨੇ ਵੀ ਕੁਝ ਲੁਕੋ ਕੇ ਨਹੀਂ ਰੱਖਿਆ ਜੀ। ਚੌਧਰੀ ਦੇਵੀ ਲਾਲ ਨੂੰ ਮੁੱਖ ਮੰਤਰੀ ਕਿੰਨੀ ਵਾਰੀ ਬਣਾਇਆ, ਚੌਧਰੀ ਦੇਵੀ ਲਾਲ ਨੂੰ ਲੋਕ ਸਭਾ ਦਾ ਮੈਂਬਰ ਬਣਾਇਆ, ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨ ਵਾਸਤੇ ਰਾਹ ਪੱਧਰਾ ਕੀਤਾ ਲੋਕਾਂ ਨੇ ਜੀ। ਉਹਨਾਂ ਦੇ ਬੇਟੇ ਓਮ ਪ੍ਰਕਾਸ਼ ਚੌਟਾਲਾ ਨੂੰ ਮੁੱਖ ਮੰਤਰੀ ਬਣਾਇਆ, ਉਹਨਾਂ ਦਾ ਬੇਟਾ ਪ੍ਰਤਾਪ ਸਿੰਘ ਜਿਹੜਾ ਹੁਣ ਇਸ ਦੁਨੀਆ 'ਚ ਸ਼ਾਇਦ ਨਹੀਂ ਹੈ ਜੀ, ਉਹਨੂੰ ਵੀ ਐਮਐਲਏ ਬਣਾਇਆ। ਇੱਕ ਬੇਟਾ ਰਣਜੀਤ ਸਿੰਘ ਹੈ, ਉਹਨੂੰ ਵੀ ਐਮਐਲਏ ਬਣਾਇਆ, ਉਹ ਅੱਜ ਵੀ ਐਮਐਲਏ, ਅੱਜ ਵੀ ਵਜ਼ੀਰ ਹੈ। ਜੇ ਅਸੀਂ ਦੇਖੀਏ ਤਾਂ ਚੌਥੀ ਪੀੜ੍ਹੀ ਹੈ ਜੀ। ਚੌਧਰੀ ਦੇਵੀ ਲਾਲ ਹੋ ਗਏ, ਓਮ ਪ੍ਰਕਾਸ਼ ਚੌਟਾਲਾ ਹੋ ਗਏ, ਓਮ ਪ੍ਰਕਾਸ਼ ਚੌਟਾਲਾ ਦੀ ਵਾਈਫ ਹੋ ਗਈ, ਓਮ ਪ੍ਰਕਾਸ਼ ਚੌਟਾਲਾ ਦੇ ਬੇਟੇ ਹੋ ਗਏ, ਬੇਟੇ ਨੂੰਹ ਹੋ ਗਈ, ਉਹਦਾ ਪੋਤਾ ਹੋ ਗਿਆ, ਪੜਪੋਤਾ ਹੋ ਗਿਆ। ਐਟ ਪ੍ਰੈਜ਼ੈਂਟ ਜੇ ਅਸੀਂ ਦੇਖੀਏ ਤਾਂ ਇਸ ਵਿਧਾਨ ਸਭਾ ਦੇ ਵਿੱਚ ਵੀ ਚੌਟਾਲਾ ਖਾਨਦਾਨ ਦੇ ਕਿੰਨੇ ਸੀ? ਅਭੈ ਸਿੰਘ ਚੌਟਾਲਾ ਜੀ, ਇਹਦੇ ਚ ਦੁਸ਼ਯੰਤ ਸਿੰਘ ਚੌਟਾਲਾ, ਰਣਜੀਤ ਸਿੰਘ ਚੌਟਾਲਾ, ਨੈਣਾ ਚੌਟਾਲਾ, 4 ਵਿਧਾਇਕ ਜਿਹੜੇ ਹੈਗੇ ਇੱਕ ਪਰਿਵਾਰ ਦੇ। ਹੁਣ ਲੋਕਾਂ ਨੇ ਲੁਕੋ ਕੇ ਕੀ ਰੱਖਿਆ? ਲੁਕੋ ਕੇ ਤਾਂ ਕੁਝ ਨਹੀਂ ਰੱਖਿਆ, ਤੇ ਲੋਕ ਫਿਰ ਇਸ ਗੱਲ ਦੀ ਆਸ ਵੀ ਕਰਦੇ ਸੀ ਕਿ ਸਾਡੇ ਨਾਲ ਖੜਨ। ਲੇਕਿਨ ਜਿਵੇਂ ਲਹੂ ਚਿੱਟਾ ਹੋ ਜਾਂਦਾ ਹੈ, ਕਈ ਵਾਰੀ ਆਪਾਂ ਕਹਿੰਦੇ ਕਣਕ ਬੀਜਦੇ ਤੇ ਵਿੱਚ ਕਾਂਗਿਆਰੀ ਪੈਦਾ ਹੋ ਜਾਂਦੀ ਹੈ। ਸੱਤਾ ਦੀ ਕਾਂਗਿਆਰੀ ਹੈ ਨਾ ਜਿਹੜੀ, ਇਹ ਬੜੀ ਭਿਆਨਕ ਚੀਜ਼ ਹੈ ਜੀ। ਜਿਹਨੂੰ ਇਹ ਬਿਮਾਰੀ ਲੱਗ ਜੇ ਉਹਦਾ ਇਲਾਜ ਕੋਈ ਨਹੀਂ। ਇਸ ਵੇਲੇ ਜੋ ਕੁਛ
ਕੀਤਾ ਹੈ ਸਪੀਕਰ ਨੇ ਉਹ ਤਾਂ ਕਰਨਾ ਹੀ ਕਰਨਾ ਸੀ ਜੀ, ਲੇਕਿਨ ਜਿੱਡਾ ਧਰੋ ਕਿਸਾਨੀ ਦੇ ਨਾਲ ਦੁਸ਼ਯੰਤ ਸਿੰਘ ਚੌਟਾਲਾ ਤੇ ਉਹਦੇ ਪਰਿਵਾਰ ਨੇ ਕਮਾਇਆ ਓਡਾ ਮੇਰਾ ਖਿਆਲ ਹੈ ਕਿਸੇ ਨੇ ਪਾਪ ਨਹੀਂ ਕੀਤਾ ਹੋਣਾ ਜੀ, ਮਜਬੂਰੀ ਹੈ। ਦੁਸ਼ਯੰਤ ਸਿੰਘ ਚੌਟਾਲਾ ਦਾ ਬਾਪ ਕੈਦ ਕੱਟ ਰਿਹਾ, ਉਹਨੂੰ ਕੇਂਦਰ ਸਰਕਾਰ ਦੀ ਲੋੜ ਹੈ, ਉਹਨਾਂ ਨੂੰ ਪੈਰੋਲ ਤੇ ਆਉਣ ਦੀ ਲੋੜ ਹੈ, ਇਸ ਕਰਕੇ ਉਹਦੀ ਮਜਬੂਰੀ ਹੈ। ਉਹਨੇ ਆਪਣੇ ਬਾਪ ਦੀ ਸਹੂਲੀਅਤ ਨੂੰ ਮੂਹਰੇ ਰੱਖਿਆ। ਕਿਸਾਨਾਂ ਦਾ ਕਿੱਡਾ ਵੱਡਾ ਉਹਨਾਂ ਦੇ ਪਰਿਵਾਰ ਦੇ ਉੱਤੇ ਅਹਿਸਾਨ ਹੈ, ਉਹਨਾਂ ਨਾਲ ਦਗਾ ਕਿਵੇਂ ਕੀਤਾ। ਜਦੋਂ ਇਹ ਪਾਰਟੀ ਬਣੀ ਸੀ ਇਸ ਪਾਰਟੀ ਦਾ ਨਾਂ ਰੱਖਿਆ ਸੀ ਜਨ ਨਾਇਕ ਜਨਤਾ ਪਾਰਟੀ। ਜਨ ਨਾਇਕ ਕੌਣ? ਚੌਧਰੀ ਦੇਵੀ ਲਾਲ। ਚੌਧਰੀ ਦੇਵੀ ਲਾਲ ਦੇ ਕੁਨਬੇ ਨੂੰ ਲੋਕਾਂ ਨੇ ਕਿੰਨਾ ਮਾਨ ਸਤਿਕਾਰ ਦਿੱਤਾ ਤੇ ਉਹਨਾਂ ਦੇ ਕੁਨਬੇ ਨੇ ਲੋਕਾਂ ਨਾਲ ਕੀ ਕੀਤਾ। ਫਿਰ ਹੁਣ ਆਜੂ ਟਾਈਮ ਠੀਕ ਹੈ ਨਾ। ਹੁਣ ਉਹ ਜੋ ਕੁਛ ਕੀਤਾ ਉਹਨਾਂ ਨੇ ਉਹਨਾਂ ਨਾਲ ਧਰੋ ਕਮਾਇਆ ਔਰ ਬਬਲੀ ਚੀਕਾ ਮਾਰ ਰਿਹਾ ਹੈ, ਵਿਧਾਨ ਸਭਾ 'ਚ ਖੜਾ ਨਾਰੇ ਮਾਰ ਰਿਹਾ ਹੈ ਕਿ ਮੈਂ ਕੁਝ ਬੋਲਣਾ ਚਾਹੁੰਦਾ ਸੀ ਤੇ ਲਿਸਟ ਦੇ ਵਿੱਚ ਮੇਰਾ ਨਾਂ ਨਹੀਂ ਪਾਇਆ ਬੋਲਣ ਵਾਲਿਆਂ 'ਚ। ਜੀ, ਕਿਹਨੇ ਨਹੀਂ ਪਾਇਆ ਜੀ? ਦੁਸ਼ਯੰਤ ਸਿੰਘ ਚੌਟਾਲਾ ਨੇ। ਪਤਾ ਸੀ ਉਹਨੂੰ ਪਤਾ ਸੀ ਜੇ ਬੋਲੂਗਾ ਤਾਂ ਇਹ ਇੱਥੇ ਕਬਾੜ ਖੋਲੂਗਾ। ਔਰ ਚਲੋ ਡਿੱਗ ਪਿਆ। ਪਰ ਮੈਂ ਦਾਦ ਦੇਣੀ ਚਾਹੂੰਗਾ ਦੋ ਬੰਦਿਆਂ ਨੂੰ ਜੀ, ਇੱਕ ਬਲਰਾਜ ਕੁੰਡੂ ਨੂੰ ਜਿਹੜਾ ਮਹਿਮ ਤੋਂ MLA ਤੇ ਦੂਜੇ ਹੈਗੇ ਸੋਮਵੀਰ ਸਾਂਗਵਾਨ ਜਿਹੜਾ ਚਰਖੀ ਦਾਦਰੀ ਤੋਂ MLA। ਜੋ ਕੁਛ ਬਲਰਾਜ ਕੁੰਡੂ ਦੇ ਘਰੇ ਰੇਡਾਂ ਹੋਈਆਂ, ਕਿੰਨਾ ਕੁਛ ਹੋਇਆ, ਬਹੁਤ ਕੁਛ ਹੋਇਆ। ਇਹਦੇ ਬਾਵਜੂਦ ਵੀ ਉਹ ਬੰਦਾ ਝੁਕਿਆ ਨਹੀਂ ਤੇ ਉਹਨੇ ਆ ਕੇ ਵੋਟ ਇਸ ਮਤੇ ਦੇ ਖਿਲਾਫ ਪਾਈ। ਕਾਂਗਰਸ ਪਾਰਟੀ ਦੇ 30 MLA ਜੀ, ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਹੈ। ਇਹ ਦੋ MLA ਜਿਹੜੇ ਇਹ ਤਾਂ ਵਿਚਾਰੇ ਮਤਲਬ ਇੰਡੀਪੈਂਡੈਂਟ ਜਿੱਤੇ, ਇਹਨਾਂ ਦੇ ਮਗਰ ਕੋਈ ਪੋਲੀਟੀਕਲ ਫੋਰਸ ਤਾਂ ਹੈ ਨਹੀਂ, ਲੇਕਿਨ ਉਹਨਾਂ ਨੇ ਆਪਣੀ ਜ਼ਮੀਰ ਤੋਂ ਕੰਮ ਲਏ ਜੀ। ਉਹਨਾਂ ਨੇ ਜ਼ਮੀਰਾਂ ਨਹੀਂ ਵੇਚੀਆਂ, ਬਾਕੀ ਤਾਂ ਆਪਾਂ ਇਹ ਕਹਿ ਸਕਦੇ ਕਿ ਮਰੀਆਂ ਜ਼ਮੀਰਾਂ ਵਾਲੇ ਸੀ। ਭਾਰਤੀ ਜਨਤਾ ਪਾਰਟੀ ਤੇ ਤਾਂ ਗਿਲਾ ਹੀ ਕੋਈ ਨਹੀਂ ਜੀ, ਕਿਉਂਕਿ ਕੇਂਦਰ ਦੇ ਵਿੱਚ ਕਾਨੂੰਨ ਉਹ ਲੈ ਕੇ ਆਈ ਹੈ। ਗਿਲਾ ਹੈ ਤਾਂ ਉਹ ਉਹਨਾਂ ਧਿਰਾਂ ਤੇ ਹੈ ਜਿਹੜੀਆਂ ਧਿਰਾਂ ਕਹਿੰਦੀਆਂ ਵੀ ਅਸੀਂ ਕਿਸਾਨਾਂ ਦੇ ਹਿਤੈਸ਼ੀ ਤੇ ਕਿਸਾਨਾਂ ਦੇ ਨਾਲ ਧਰੋ ਕਮਾ ਰਹੇ ਜੀ। ਔਰ ਇਹਦੇ 'ਚ ਹੁਣ ਜਿਹੜੀ ਅਗਲੀ ਗੱਲ ਹੋਣੀ ਹੈ, ਕਿਸਾਨ ਮੋਰਚੇ ਦਾ ਵੀ ਸੱਦਾ ਹੋ ਗਿਆ। ਅੱਛਾ ਜੀ। ਕਿਸਾਨ ਮੋਰਚੇ ਨੇ ਕਹਿਤਾ ਕਿ ਜਿੰਨਾ ਵਿਧਾਇਕਾਂ ਨੇ ਵੋਟਾਂ ਇਸ ਕਾਨੂੰਨ ਦੇ ਖਿਲਾਫ ਪਾਈਆਂ, ਇਹਦੇ ਹੱਕ 'ਚ ਪਾਈਆਂ, ਹੱਕ ਕਾਨੂੰਨ ਦੇ ਹੱਕ 'ਚ ਪਾਈਆਂ, ਮਤੇ ਦੇ ਖਿਲਾਫ ਪਾਈਆਂ, ਜਿਨ੍ਹਾਂ ਨੇ ਮਤੇ ਦੇ ਖਿਲਾਫ ਵੋਟਾਂ ਪਾਈਆਂ ਉਹਨਾਂ ਦਾ ਸਮਾਜਿਕ ਬਾਈਕਾਟ ਕਰ ਦਿਓ ਜੀ। ਔਰ ਜਿਹੜਾ ਸਮਾਜਿਕ ਬਾਈਕਾਟ ਹੈ ਇਹ ਬਹੁਤ ਵੱਡੀ ਗੱਲ ਹੈ ਤੇ ਸਮਾਜਿਕ ਬਾਈਕਾਟ ਹਰਿਆਣੇ 'ਚ ਹੋਊਗਾ ਵੀ ਜ਼ਰੂਰ ਹੋਊਗਾ। ਇਹ ਹੋਊਗਾ। ਤੁਸੀਂ ਦੇਖੋ ਵਾਕਈ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕੱਲੇ ਹੈਲਮਟ ਨਹੀਂ, ਕਵਚ ਵੀ ਪਾਉਣੇ ਪੈਣਗੇ, ਕਵਚ ਪਵਾ ਦੇਣਗੇ ਲੋਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਲੋਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਹੁਣ ਇਹਨਾਂ ਨੇ ਜਿਹੜੀ ਸਪੀਕਰ ਨੇ ਇੱਕ ਜ਼ਿਆਦਤੀ ਕੀਤੀ ਹੈ। ਜੇ ਕਿਤੇ ਇਹ ਨਾ ਗੁਪਤ ਵੋਟਿੰਗ ਆਪਣਾ ਓਪਨ ਵੋਟਿੰਗ ਨਾ ਕਰਵਾਈ ਹੁੰਦੀ, ਬਾਹਾਂ ਖੜੀਆਂ ਨਾ ਕਰਵਾਈਆਂ ਹੁੰਦੀਆਂ, ਆਪਣੀ ਮਰਜ਼ੀ ਨਾਲ ਲੋਕਾਂ ਨੇ ਵੋਟਾਂ ਪਾਉਂਦੇ ਤੇ ਲੋਕ ਡੈਫੀਨਿਟਲੀ ਇਸ ਮਤੇ ਨੇ ਪਾਸ ਹੋ ਜਾਣਾ ਸੀ ਜੀ। ਜੇ ਉਹਨੇ ਕਿਸੇ ਨੇ ਖੜੀ ਵੀ ਨਹੀਂ ਕੀਤੀ ਬਾਹ, ਉਹਦੀ ਖੜੀ 'ਚ ਹੀ ਗਿਣ ਲਈ, ਉਹਦੀ ਖੜੀ 'ਚ ਵੀ ਗਿਣ ਲਈ, ਉਹਦੇ 'ਚ ਉਹ ਪਾਸ ਕਿਵੇਂ ਹੋ ਜਾਣਾ ਚਾਹੀਦਾ ਸੀ? ਕਿਉਂਕਿ BJP ਨੇ ਵੀ ਔਰ JJP ਨੇ ਵੀ ਇਹਨਾਂ ਨੇ ਵਿਪ ਜਾਰੀ ਕੀਤਾ ਸੀ ਜੀ। ਜੇ ਕੋਈ ਬੰਦਾ ਬਾਹ ਉਲਟ ਖੜੀ ਕਰਦਾ, ਮਤੇ ਦੇ ਖਿਲਾਫ ਬਾਹ ਖੜੀ ਕਰਦਾ, ਉਹਦੀ ਮੈਮਰੀ ਖਤਮ ਕਰਦੇ ਸੀ। ਉਹਨਾਂ ਨੂੰ ਥੋੜੇ ਸਮੇਂ ਦਾ ਲਾਲਚ ਸੀ ਕਿ ਕਿਤੇ ਸਾਡੀ ਮੈਮਰੀ ਨਾ ਖਤਮ ਹੋ ਜੇ। ਵੈਸੇ ਚਾਹੀਦਾ ਤਾਂ ਇਹ ਸੀ ਕਿ ਉਹ ਛੱਡ ਆਉਂਦੇ, ਉਹ ਆਪਣੇ ਆਪ ਹੀ ਕਹਿੰਦੇ ਜੀ ਅਸੀਂ ਆ ਪਾਰਟੀਆਂ ਤੇ ਅਸੀਂ ਚੱਲੇ ਹਾਂ, ਉਹ ਛੱਡ ਦਿੰਦੇ, ਗੱਲ ਵਧੀਆ ਸੀ, ਲੋਕ ਉਦੋਂ ਵੱਧ ਵੋਟਾਂ ਨਾਲ ਜਿਤਾਉਂਦੇ। ਲਓ ਜੀ, ਮੇਰੀ ਪ੍ਰਿਡਿਕਸ਼ਨ ਹੈ ਹੁਣ ਮੇਰੀ ਇਹ ਪ੍ਰਿਡਿਕਸ਼ਨ ਹੈ ਕਿ ਇਹ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਤਾਂ ਲਈ ਬਚਾ ਦੁਸ਼ਯੰਤ ਸਿੰਘ ਚੌਟਾਲੇ ਨੇ, ਪਰ ਅਗਲੀ ਵਿਧਾਨ ਸਭਾ ਦੇ ਵਿੱਚ ਸ਼ਾਇਦ ਚੌਟਾਲਾ ਜਿਹੜਾ ਦੁਸ਼ਯੰਤ ਸਿੰਘ ਚੌਟਾਲਾ, ਅਜੇ ਸਿੰਘ ਚੌਟਾਲਾ ਜਾਂ ਨੈਣਾ ਚੌਟਾਲਾ ਸ਼ਾਇਦ ਹੀ ਪਹੁੰਚਣ। ਹਰਿਆਣੇ ਦੇ ਲੋਕਾਂ ਨੇ ਬੜੇ ਰੰਗ ਦਿਖਾਏ ਹੈ ਲੋਕਾਂ ਨੂੰ, ਔਰ ਜਿੱਥੇ ਖੇਤੀ ਕਿਸਾਨੀ ਦੇ ਨਾਲ ਤੁਸੀਂ ਜਦੋਂ ਧੱਕਾ ਕਰੋਗੇ ਜੀ, ਉਹ ਤੁਹਾਨੂੰ ਰੰਗ ਦਿਖਾਉਣਗੇ ਤੇ ਆ ਵੇਖਾਂਗੇ ਆਪਾਂ ਅਗਲੇ ਦਿਨਾਂ ਦੇ ਵਿੱਚ ਹੀ, ਪਿੰਡਾਂ 'ਚ ਨਹੀਂ ਵੜ ਸਕਣਗੇ। ਢਿੱਲੋਂ ਸਾਹਿਬ, ਬੜੀ ਅੱਛੀ ਗੱਲ ਮੈਨੂੰ ਨਜ਼ਰ ਆਈ ਪੰਜਾਬ ਵਿਧਾਨ ਸਭਾ ਦੇ ਵਿੱਚ ਕਿ ਕੇਂਦਰ ਨੇ ਖਹਿਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਸੁਰ ਹੋ ਗਈ ਪੰਜਾਬ ਦੀ ਵਿਧਾਨ ਸਭਾ। ਦੇਖੋ ਦਾਨੇਲਗੇ ਸਾਹਿਬ, ਆਪਾਂ ਕੱਲ ਗੱਲ ਕੀਤੀ ਸੀ, ਇੱਕ ਸੁਰ ਜਿਹੜੀ ਹੈਗੀ ਹੈ ਉਹ ਸਿਰਫ ਇਸ ਕਰਕੇ ਨਹੀਂ ਕਿ ਖਹਿਰੇ ਦੇ ਖਿਲਾਫ ਅਰੇਡ ਹੋਈ ਹੈ ਜੀ, ਜਿਹੜਾ ਡੈਮੋਕ੍ਰੇਸੀ ਦਾ ਕਾਣ ਹੋਇਆ ਸਵਾਲ ਉਹਦਾ ਪੈਦਾ ਹੁੰਦਾ ਹੈ ਜੀ। ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹੈ ਜੀ। ਸੈਸ਼ਨ ਚੱਲ ਰਿਹਾ ਹੈ, ਚੱਲਦੇ ਸੈਸ਼ਨ ਦੇ ਦੌਰਾਨ ਜਿਸ ਢੰਗ ਦੇ ਨਾਲ ED ਨੇ ਆ ਕੇ ਰੇਡ ਕੀਤੀ, ਜਿਸ ਢੰਗ ਦੇ ਨਾਲ ਉਸ ਬੰਦੇ ਨੂੰ ਡਿਟੇਨ ਕਰਕੇ ਉਹਦੇ ਘਰ ਦੇ ਵਿੱਚ ਰੱਖਿਆ ਜੀ, ਉਹਨੂੰ ਵਿਧਾਨ ਸਭਾ ਦੇ ਵਿੱਚ ਭਾਗ ਨਹੀਂ ਲੈਣ ਦਿੱਤਾ ਗਿਆ, ਇਹ ਜਿਹੜੀ ਹੈਗੀ ਹੈ ਵਿਧਾਨ ਸਭਾ ਦੀ ਤੋਹੀਨ ਹੈ, ਇਹ ਲੋਕਤੰਤਰ ਦੀ ਤੋਹੀਨ ਹੈ ਜੀ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਮੈਨੂੰ ਇਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਜਿਹੜੀ ED ਹੈ
ਇਹਨਾਂ ਦੇ ਉੱਤੇ ਕੋਈ ਗਿਲਾ ਨਹੀਂ, ਕਿਉਂਕਿ ਇਹ ਸਰਕਾਰੀ ਕਰਮਚਾਰੀ ਹੈ, ਸਰਕਾਰੀ ਡਿਊਟੀ ਨਿਭਾਉਣ ਆਏ ਹੈ, ਹੁਕਮ ਵਜਾਉਣ ਆਏ ਹੈ, ਜਿਹੜਾ ਹੁਕਮ ਇਹਨਾਂ ਨੂੰ ਦਿੱਤਾ ਹੈ ਜੀ। ਤੇ ਹੁਕਮ ਉਹਨਾਂ ਨੇ ਕਿਹਨੂੰ ਦਿੱਤਾ ਹੈ? ਹੂੰ। ਹੁਕਮ ਉਹਨਾਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਹੈ ਜੀ। ਕਿ ਜਾਓ ਤੇ ਜਾ ਕੇ ਰੇਡ ਕਰੋ। ਹੂੰ। ਕੇਂਦਰ ਸਰਕਾਰ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਜੀ। ਬਿਲਕੁਲ ਉਹੀ ਕੁਛ ਹੋ ਰਿਹਾ ਜੋ ਕਸ਼ਮੀਰ 'ਚ ਹੋਇਆ ਸੀ। ਹੂੰ। ਮੈਂ ਤੁਹਾਡੇ ਯਾਦ ਕਰਾਉਣਾ, ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਹੈ, ਜੀ। ਲੀਡਰਾਂ ਨੂੰ ਡਿਟੇਨ ਕੀਤਾ ਅਣਅਧਿਕਾਰਤ ਤੌਰ ਤੇ ਅਣਐਲਾਨਿਆ। ਹੂੰ। ਪਾਰਲੀਮੈਂਟ ਦਾ ਸੈਸ਼ਨ ਚੱਲਦਾ ਸੀ। ਜੀ। ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਕਿਸੇ ਮੈਂਬਰ ਨੇ ਪੁੱਛ ਲਿਆ ਕਿ ਫਾਰੂਕ ਅਬਦੁੱਲਾ ਸਾਹਿਬ ਕਿੱਥੇ ਹੈ? ਹੂੰ। ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੜੇ ਮਤਲਬ ਸਲੀਕੇ ਨਾਲ ਜਵਾਬ ਦਿੱਤਾ, ਉਹ ਆਪਣੀ ਮਰਜ਼ੀ ਨਾਲ ਆਪਣੇ ਘਰ ਬੈਠੇ ਆ ਜੀ, ਉਹ ਤਾਂ ਸ਼੍ਰੀਨਗਰ ਬੈਠੇ। ਇਹ ਚੀਜ਼ ਜੋ ਦੂਰਦਰਸ਼ਨ ਦੇ ਉੱਤੇ ਸੁਣੀ, ਟੀਵੀ ਦੇ ਉੱਤੇ ਸੁਣੀ, ਫਾਰੂਕ ਅਬਦੁੱਲਾ ਸਾਹਿਬ ਨੇ ਗੇਟ ਦੇ ਉੱਤੇ ਪੱਤਰਕਾਰ ਖੜੇ ਸੀ, ਬਾਲਕੋਨੀ ਦੇ ਵਿੱਚ ਆ ਕੇ ਉਹਨੇ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਝੂਠ ਬੋਲ ਰਿਹਾ, ਦੇਸ਼ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਨੂੰ ਗੁੰਮਰਾਹ ਕਰ ਰਿਹਾ ਹੈ, ਪਾਰਲੀਮੈਂਟ ਦੀ ਤੋਹੀਨ ਕਰ ਰਿਹਾ, ਮੈਨੂੰ ਤਾਂ ਡਿਟੇਨ ਕੀਤਾ ਹੋਇਆ ਹੈ, ਮੈਨੂੰ ਨਜ਼ਰਬੰਦ ਕੀਤਾ ਹੋਇਆ, ਮੈਂ ਦਵਾਈ ਲੈਣੀ ਹੈ ਆਪਦੀ, ਤੇ ਮੈਨੂੰ ਦਵਾਈ ਲੈਣ ਵਾਸਤੇ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ। ਪੁਲਿਸ ਦੀਆਂ ਗੱਡੀਆਂ ਨੇ ਜਿਹੜੇ ਹੈਗੇ ਆ ਮੇਰੇ ਘਰ ਦੇ ਗੇਟ ਰੋਕੇ ਹੋਏ ਹੈ। ਪੱਤਰਕਾਰਾਂ ਨੇ ਇਹ ਸਾਰੀ ਚੀਜ਼ ਦੇਖੀ ਤੇ ਮੀਡੀਆ ਦੇ ਵਿੱਚ ਇਹ ਗੱਲ ਆਈ ਵੀ ਜੀ। ਉਹੀ ਚੀਜ਼ ਜਿਹੜੀ ਹੈਗੀ ਹੈ ਸੁਖਪਾਲ ਸਿੰਘ ਖਹਿਰਾ ਨਾਲ ਹੋਈ ਹੈ। ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹੈ। ਇਹ ਮਾਮਲਾ ਪਹਿਲੇ ਦਿਨ ਵੀ ਉੱਠਿਆ ਸੀ ਜੀ, ਤੇ ਕੱਲ ਲਾਸਟ ਜਿਹੜਾ ਦਿਨ ਸੀਗਾ ਵਿਧਾਨ ਸਭਾ ਦਾ, ਉਦੋਂ ਵੀ ਉੱਠਿਆ, ਔਰ ਬੜੀ ਵਧੀਆ ਗੱਲ ਹੋਈ ਕਿ ਇਸ ਮਾਮਲੇ ਨੂੰ ਉਠਾਇਆ ਭਾਵੇਂ ਕੰਵਰ ਸੰਧੂ ਨੇ, ਲੇਕਿਨ ਪਾਰਲੀਮਾਨੀ ਅਫੇਅਰਸ ਮਿਨਿਸਟਰ ਬਰਮ ਮਹਿੰਦਰਾ ਨੇ ਵੀ ਕਿਹਾ ਕਿ ਇਹ ਬਿਲਕੁਲ ਗਲਤ ਹੋਇਆ, ਜੋ ਕੁਛ ਨਹੀਂ ਹੈ। ਸਪੀਕਰ ਸਾਹਿਬ ਨੇ ਵੀ ਕਿਹਾ ਕਿ ਹਾਂ ਸਾਨੂੰ ਇਹਦੇ ਖਿਲਾਫ ਰੈਜੂਲੇਸ਼ਨ ਪਾਉਣਾ ਚਾਹੀਦਾ ਹੈ, ਅਸੀਂ ਰੈਜੂਲੇਸ਼ਨ ਪਾਵਾਂਗੇ। ਅਕਾਲੀ ਦਲ ਵਾਲਿਆਂ ਨੇ ਵੀ ਇਹਦੀ ਹਮਾਇਤ ਕੀਤੀ। ਬੀਜੇਪੀ ਵਾਲੇ ਤਾਂ ਸੁੱਖ ਨਾਲ ਮੇਰੇ ਖਿਆਲ ਵਿਧਾਨ ਸਭਾ 'ਚ ਆਉਂਦੇ ਹੀ ਨਹੀਂ, ਔਰ ਆਮ ਆਦਮੀ ਪਾਰਟੀ ਵਾਲਿਆਂ ਨੇ ਬੋਲਣ ਦਾ ਮੁਨਾਸਿਬ ਨਹੀਂ ਸਮਝਿਆ, ਨਾ ਉਹ ਪਹਿਲੇ ਦਿਨ ਬੋਲੇ ਨਾ ਦੂਜੇ ਦਿਨ ਬੋਲੇ। ਅੱਛਾ, ਲੇਕਿਨ ਉਹਨਾਂ ਨੇ ਇਹ ਜਿਹੜਾ ਸੀ ਰੈਜੂਲੇਸ਼ਨ ਇਹਦਾ ਵਿਰੋਧ ਵੀ ਨਹੀਂ ਕੀਤਾ। ਚਾਹੀਦਾ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਡੈਮੋਕ੍ਰੇਸੀ ਦੇ ਹੱਕ ਵਿੱਚ ਹੈ। ਕੱਲ ਨੂੰ ਅੱਜ ਸੁਖਪਾਲ ਸਿੰਘ ਖਹਿਰਾ ਨਾਲ ਹੁੰਦੀ ਹੈ, ਕੱਲ ਨੂੰ ਆਪ ਦੇ ਵਿਧਾਇਕਾਂ ਨਾਲ ਵੀ ਇਹ ਗੱਲ ਹੋ ਸਕਦੀ ਹੈ। ਉਹਨਾਂ ਵਿਧਾਇਕਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਸੀ। ਹਰਪਾਲ ਸਿੰਘ ਚੀਮਾ ਨੂੰ ਦੇਖਣਾ ਚਾਹੀਦਾ ਸੀ ਕਿ ਜੇ HS ਫੂਲਕਾ ਦੇ ਕੋਲੇ ਵਿਰੋਧੀ ਧਿਰ ਦੀ ਕੁਰਸੀ ਨਹੀਂ ਰਹੀ, ਸੁਖਪਾਲ ਸਿੰਘ ਖਹਿਰਾ ਕੋਲੇ ਨਹੀਂ ਰਹੀ, ਤੇ ਹਰਪਾਲ ਸਿੰਘ ਰਹਿਣੀ ਤੇਰੇ ਕੋਲੇ ਵੀ ਨਹੀਂ। ਕਿਸੇ ਦਿਨ ਵਿਰੋਧੀ ਧਿਰ ਦਾ ਲੀਡਰ ਕੋਈ ਹੋਰ ਵੀ ਬਣ ਸਕਦਾ, ਲੇਕਿਨ ਤੂੰ MLA, ਤੇਰੀ ਤੋਹੀਨ ਤੇਰੀ ਵੀ ਹੋ ਸਕਦੀ ਹੈ ਜੇ ਉਹਦੀ ਤੋਹੀਨ ਹੁੰਦੀ ਹੈ। ਜਿਹੜਾ ਉਹਦਾ ਡੈਮੋਕ੍ਰੈਟਿਕ ਰਾਈਟ ਹੈ, ਜਿਹੜੀ ਉਹਦੀ ਕਨਸਟੀਟਿਊਸ਼ਨਲ ਜ਼ਿੰਮੇਵਾਰੀ ਹੈ, ਡਿਊਟੀ ਹੈ, ਉਹਨੂੰ ਡਿਊਟੀ ਨੂੰ ਨਿਭਾਉਣ ਤੋਂ ਰੋਕਿਆ ਗਿਆ। ਔਰ ਫਿਰ ਉਹ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ ਨੇ ਜਿਹੜਾ ਰੈਜੂਲੇਸ਼ਨ ਪਾਸ ਕੀਤਾ ਹੈ ਜੀ, ਉਹ ਰੈਜੂਲੇਸ਼ਨ ਕੋਈ ED ਦੇ ਖਿਲਾਫ ਨਹੀਂ ਪਾਸ ਹੋਇਆ ਜੀ। ਜੇ ਸਹੀ ਮੈਨੇ 'ਚ ਦੇਖੀਏ ਤਾਂ ਉਹਨਾਂ ਨੇ ਭਾਰਤ ਦੀ ਸਰਕਾਰ ਨੂੰ ਇੱਕ ਸੰਦੇਸ਼ ਭੇਜਿਆ ਕਿ ਜਿਹੜੀਆਂ ਤੁਹਾਡੀਆਂ ਅਪਹੁਦਰੀਆਂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਜੀ। ਔਰ ਇਹਨੂੰ ਜੇ ਅਸੀਂ ਦੇਖੀਏ ਇੱਕ ਵੱਡੇ ਜੇ ਆਪਾਂ ਚੌਕਟੇ ਦੇ ਵਿੱਚ ਰੱਖ ਕੇ ਦੇਖੀਏ ਤਾਂ ਦਾਨੇ ਵਾਲੀ ਸਭ ਗੱਲ ਛੋਟੀ ਨਹੀਂ, ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ ਹੈ। ਕਿਉਂਕਿ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ, ਜਿਹੜੇ ਫੈਡਰਲ ਹੱਕ ਹਕੂਕ ਆ ਉਹਨਾਂ ਦੇ ਖੋਹੇ ਜਾ ਰਹੇ ਹੈ। ਕਿਤੇ ਤੁਸੀਂ ED ਨੂੰ ਭੇਜ ਦਿਓ, ਕਿਤੇ CBI ਨੂੰ ਭੇਜ ਦਿਓ, ਕਿਤੇ NIA ਨੂੰ ਭੇਜ ਦਿਓ। ਜਿਹੜੇ ਤੁਹਾਡੇ ਕੋਲੇ ਸਾਧਨ ਨੇ ਛੋਟੇ ਤੋਂ ਵੱਡਾ ਸਾਰਾ ਤੁਸੀਂ ਵਰਤੋ। ਜਿਹੜਾ ਬੰਦਾ ਤੁਹਾਡੇ ਕੋਲੇ ਥੋੜਾ ਸਰਕਾਰ ਦੇ ਖਿਲਾਫ ਬੋਲਦਾ, ਉਹਦਾ ਗਲ ਘੁੱਟਣ ਵਾਸਤੇ ਤੁਸੀਂ ਪਹੁੰਚ ਜਾਓ, ਟੀਮਾਂ ਨੂੰ ਭੇਜ ਦਿਓ। ਔਰ ਇਹਦੇ 'ਚ ਜੇ ਅਸੀਂ ਦੇਖੀਏ, ਪਹਿਲਾਂ CBI ਦੇ ਮਾਮਲੇ ਤੇ ਵੀ ਕੁਝ ਸਟੇਟਾਂ ਨੇ CBI ਦੇ ਉੱਤੇ ਪਾਬੰਦੀ ਲਾਈ ਹੈ ਕਿ ਸਟੇਟ ਗਵਰਨਮੈਂਟ ਦੀ ਪ੍ਰਵਾਨਗੀ ਤੋਂ ਬਗੈਰ ਉਹ ਕਿਸੇ ਸੂਬੇ ਦੇ ਵਿੱਚ ਸਿੱਧੇ ਤੌਰ ਤੇ ਨਹੀਂ ਆ ਸਕਦੀ, ਰੇਡਾ ਨਹੀਂ ਕਰ ਸਕਦੇ। ਲੇਕਿਨ ਇਹ ਪੰਜਾਬ ਦੀ ਵਿਧਾਨ ਸਭਾ ਮੇਰੇ ਖਿਆਲ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਜਦੋਂ ED ਵਰਗੀ ਏਜੰਸੀ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਨੇ ਰੈਜੂਲੇਸ਼ਨ ਪਾ ਕੇ ਇੱਕ ਸੰਕੇਤ ਦਿੱਤਾ, ਇੱਕ ਇਸ਼ਾਰਾ ਦਿੱਤਾ ਹੈ, ਭਾਰਤ ਦੀ ਸਰਕਾਰ ਨੂੰ ਸੰਦੇਸ਼ ਦਿੱਤਾ ਹੈ ਕਿ ਹੁਣ ਹੋਰ ਬਰਦਾਸ਼ਤ ਨਹੀਂ ਹੋਊਗਾ ਜੀ। ਔਰ ਇਹ ਜਿਵੇਂ ਜਿਵੇਂ ਫੈਡਰਲ ਢਾਂਚੇ ਤੇ ਅਟੈਕ ਹੋ ਰਹੇ ਹੈ, ਫੈਡਰਲ ਢਾਂਚੇ ਦੀ ਲੜਾਈ ਡੇ ਬਾਈ ਡੇ ਤਿੱਖੀ ਹੋ ਰਹੀ ਹੈ। ਆਮ ਤੌਰ ਤੇ ਅਸੀਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਰੂਸ ਬੜਾ ਪਾਵਰਫੁਲ ਹੁੰਦਾ ਸੀ। ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਅਮਰੀਕਾ ਨੰਬਰ 1 ਸੀ ਤੇ ਅਮਰੀਕਾ ਦੇ ਬਰਾਬਰ ਦੀ ਧਿਰ ਰੂਸ ਵੀ ਹੁੰਦੀ ਸੀ ਜੀ। 1971 ਦੇ ਵਿੱਚ ਅਸੀਂ ਦੇਖਿਆ ਜਿਹੜੀ ਪਾਕਿਸਤਾਨ ਨਾਲ ਸਾਡੀ ਲੜਾਈ ਲੱਗੀ ਸੀ, ਅਮਰੀਕਾ ਨੇ ਜਦੋਂ ਪਾਕਿਸਤਾਨ ਦੀ ਮਦਦ ਕਰਨ ਦਾ ਐਲਾਨ ਕੀਤਾ ਸੀ ਤੇ ਰੂਸ ਵਾਲਿਆਂ ਨੇ ਵੀ ਕਹਿਤਾ ਸਾਡਾ ਬੇੜਾ ਵੀ ਆ ਗਿਆ, ਸਾਡਾ ਬੇੜਾ ਵੀ ਠੱਲਿਆ ਗਿਆ। ਤੇ ਉਸ ਰੂਸ ਦੀ ਅੱਜ ਹਾਲਤ ਕੀ ਹੈ? ਐਡਾ ਪਾਵਰਫੁਲ ਰੂਸ ਅੱਜ ਦੇ 15-16 ਟੁਕੜੇ ਕਿਉਂ ਹੋ ਗਏ? ਉਹ 15-16 ਟੁਕੜੇ ਇਸ ਕਰਕੇ ਹੋਏ ਹੈ ਕਿ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਸਥਾਨਕ ਲੋਕਾਂ ਦੀਆਂ ਜਿਹੜੀਆਂ ਹੈਗੇ ਉਹਨਾਂ ਦੇ ਹੱਕ ਹਕੂਕ ਆ ਉਹਨਾਂ ਤੋਂ ਖੋਹੇ ਗਏ। ਇੱਕ ਜਿਹੜੀਆਂ ਸਾਰੀਆਂ ਸਟੇਟਾਂ ਦੇ ਵਿੱਚ ਪਾਵਰਫੁਲ ਸਟੇਟ ਰਸ਼ੀਆ ਸੀ, ਰਸ਼ੀਆ ਦੇ ਕੋਲ ਹੀ ਸਭ ਕੁਝ ਸੀ। ਉਹੀ ਚੀਜ਼ ਹੁਣ ਭਾਰਤ ਸਰਕਾਰ ਕਰ ਰਹੀ ਹੈ ਕਿ ਸਟੇਟਾਂ ਦੇ ਹੱਕ ਹਕੂਕ ਹੋ ਰਹੀ ਹੈ ਜੀ।
ਚਲੋ ਇਸ ਵੇਲੇ ਬਹੁਤੀਆਂ ਸਟੇਟਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਉਹ ਸੈਂਟਰ ਦੀਆਂ ਫਰੈਂਡਲੀ ਸਰਕਾਰਾਂ ਉਹ ਕੁਛ ਨਾ ਕਰਨ, ਪਰ ਜਿੱਥੇ ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ, ਜਦੋਂ ਆਪੋਜੀਸ਼ਨ ਦੀਆਂ ਸਰਕਾਰਾਂ ਇਸ ਕਿਸਮ ਦਾ ਰੈਜੂਲੇਸ਼ਨ ਲੈ ਕੇ ਆਉਂਦੀਆਂ ਜਾਂ ਵਿਧਾਨ ਸਭਾ ਲੈ ਕੇ ਆਉਂਦੀ ਹੈ ਤੇ ਸਮੁੱਚੀ ਵਿਧਾਨ ਸਭਾ ਜੀ ਇਸ ਰੈਜੂਲੇਸ਼ਨ ਨੂੰ ਸਰਬਸੰਮਤੀ ਨਾਲ ਪਾਸ ਕਰਦੀ ਹੈ, ਤਾਂ ਇਹ ਸੋਚ ਲੈਣਾ ਚਾਹੀਦਾ ਇੰਡੀਅਨ ਸਟੇਟ ਕਿ ਗੱਲ ਜਾ ਕਿੱਧਰ ਨੂੰ ਰਹੀ ਹੈ। ਬਿਲਕੁਲ ਪੰਜਾਬ ਦੀ ਜਿਹੜੀ ਹੈਗੀ ਹੈ ਪੋਲੀਟੀਕਲ ਜਮਾਤ ਜੀ, ਇਹਦੇ ਵਿੱਚ ਬੜੇ ਮਤਭੇਦ ਹੈ। ਅਕਾਲੀ ਦਲ ਤੇ ਕਾਂਗਰਸੀ ਕੋਟੋ-ਕੋਟੀ ਹੋਈ ਜਾਂਦੇ ਹੈ, ਆਮ ਆਦਮੀ ਪਾਰਟੀ ਵਾਲੇ ਆਪਸ ਵਿੱਚ ਕੋਟੋ-ਕੋਟੀ ਹੋਈ ਜਾਂਦੀ ਹੈ, ਲੇਕਿਨ ਇਸ ਮੁੱਦੇ ਦੇ ਉੱਤੇ ਸਾਰੇ ਜਦੋਂ ਇਕੱਠੇ ਹੋ ਕੇ ਉਹਨਾਂ ਨੇ ਇਹ ਰੈਜੂਲੇਸ਼ਨ ਪਾਸ ਕੀਤਾ ਹੈ, ਇਹ ਮੇਰੇ ਖਿਆਲ ਮੁਤਾਬਕ ਪੰਜਾਬ ਦੇ ਹੱਕਾਂ ਹਕੂਕਾਂ ਵਾਸਤੇ ਪਹਿਲੀ ਵਾਰ ਹੈ ਜੀ ਕਿ ਸਮੁੱਚੀ ਜਿਹੜੀ ਹੈਗੀ ਹੈ, ਸਮੁੱਚੀ ਜਿਹੜੀ ਰਾਜਨੀਤਿਕ ਜਮਾਤ ਹੈ ਉਹ ਇਸ ਫਰੰਟ ਦੇ ਉੱਤੇ ਇਕਮੁੱਠ। ਚਲੋ ਚੰਗੀ ਗੱਲ ਹੈ ਢਿੱਲੋਂ ਸਾਹਿਬ, ਕੁਛ ਨਾ ਕੁਛ ਕਰੀਏ, ਇਕਮੁੱਠ ਹੋਣ। ਉਧਰ ਬੰਗਾਲੀਆਂ ਨੂੰ ਵੀ ਕਹਿੰਦੇ ਇਕਮੁੱਠ ਕੀਤਾ ਜਾ ਰਿਹਾ ਜੀ, ਕਹਿੰਦੇ ਬੀਜੇਪੀ ਨੂੰ ਵੋਟ ਨਾ ਪਾਇਓ ਭਾਈ ਕਿਤੇ। ਬਿਲਕੁਲ, ਜਦੋਂ ਅਸੀਂ ਬੰਗਾਲੀਆਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਟਾਈਮ ਯਾਦ ਕਰੋ, ਇੱਕ ਗੱਲ ਕਹੀ ਸੀ ਰਾਕੇਸ਼ ਟਕੈਤ ਨੇ ਜੀ ਕਿ ਸਾਨੂੰ ਬਹੁਤ ਲੰਬਾ ਸਮਾਂ ਹੋ ਗਿਆ ਸੰਘਰਸ਼ ਕਰੀ ਜਾਂਦਿਆਂ ਨੂੰ, ਦਿੱਲੀ ਦੇ ਆਲੇ ਦੁਆਲੇ ਜਿਹੜੇ ਬਾਰਡਰਾਂ ਤੇ ਅਸੀਂ ਬੈਠੇ ਹਾਂ ਜੀ, ਤੇ ਦਿੱਲੀ ਦੀ ਸਰਕਾਰ ਜਿਹੜੀ ਹੈ, ਕੇਂਦਰ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਬੈਠੀ, ਉਹਨੂੰ ਸਾਡੇ ਕੋਲੇ ਆਉਣ ਦਾ ਵਕਤ ਨਹੀਂ ਮਿਲਿਆ ਜੀ। ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਂਦੇ ਹੈ, ਉਹਨਾਂ ਦੇ ਘਰ ਤੋਂ ਹਾਰਡਲੀ 20-30 ਮਿੰਟਾਂ ਦਾ ਰਸਤਾ ਹੋਣਾ ਜੀ। ਸਿੰਘੂ ਬਾਰਡਰ ਉੱਥੇ ਕੋਲੇ ਜਾਣ ਦਾ ਉਹਨਾਂ ਦੇ ਕੋਲੇ ਕੋਈ ਸਮਾਂ ਨਹੀਂ ਹੈ। ਲਗਭਗ 250 ਦੇ ਕਰੀਬ ਉੱਥੇ ਮੌਤਾਂ ਹੋ ਗਈਆਂ ਜੀ। ਕਿਸੇ ਵੀ ਮੌਤ ਦੇ ਸੰਬੰਧ ਵਿੱਚ ਅੱਜ ਤੱਕ ਕਿਸੇ ਨੇ ਇੱਕ ਅੱਖਰ ਤੱਕ ਨਹੀਂ ਨਾ। ਬੜੀ ਸ਼ਰਮ ਦੀ ਗੱਲ ਹੈ। ਮੈਂ ਕੱਲ ਦੇਖ ਰਿਹਾ ਸੀ ਕਿ ਹਰਜੀਤ ਸਿੰਘ ਗਰੇਵਾਲ ਜੀ, ਜਿਹੜਾ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ, ਤੇ ਜਿੱਦਾਂ ਦਾ ਇਹ ਸੰਕਟ ਸ਼ੁਰੂ ਹੋਇਆ, ਕਿਸਾਨੀ ਸੰਕਟ, ਉਹਨੂੰ ਮਦਦ ਵਾਸਤੇ ਦਿੱਲੀ ਬੁਲਾਇਆ ਹੋਇਆ। ਉਹ ਦਿੱਲੀ ਬੈਠ ਕੇ ਪ੍ਰੈਸ ਕਾਨਫਰੰਸਾਂ ਹੀ ਕਰਦਾ ਹੈ, ਅਖਬਾਰਾਂ ਦੇ ਵਿੱਚ ਰਹਿਣ ਦਾ ਸ਼ੌਕ ਹੈ। ਤੇ ਉਹਨੇ ਇੱਕ ਚਿੱਠੀ ਲਿਖਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਨੂੰ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੇ ਲਈ ਜਿਹੜੇ ਲੰਗਰ ਲਾਏ ਜਾ ਰਹੇ ਹੈ, ਕਿਸਾਨਾਂ ਦੇ ਲਈ ਜਿਹੜੇ ਟੈਂਟ ਬਣਾਏ ਜਾ ਰਹੇ ਹੈ, ਜਾਂ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ 1 ਲੱਖ ਰੁਪਈਏ ਦੀ ਰਾਹਤ ਦਿੱਤੀ ਜਾ ਰਹੀ ਹੈ ਜੀ। ਇਹ ਕਹਿੰਦੇ ਜੀ ਫਿਰਕਾ ਪ੍ਰਸਤੀ ਫੈਲਾਉਣ ਵਾਲੀ ਗੱਲ ਹੈ। ਅੱਛਾ ਜੀ। ਹੁਣ ਜਿਹੜੇ ਕਿਸਾਨ ਹੈ ਉੱਥੇ ਬੈਠੇ, ਉਹ ਕਿਸਾਨ ਕਿਸੇ ਇੱਕ ਫਿਰਕੇ ਦੇ ਨਹੀਂ, ਉਹ ਸਿਰਫ ਸਿੱਖ ਨਹੀਂ, ਉਹਨਾਂ 'ਚ ਹਿੰਦੂ ਵੀ ਹੈ, ਉਹਨਾਂ ਵਿੱਚ ਮੁਸਲਮਾਨ ਵੀ ਹੈ, ਉਹਨਾਂ ਦੇ ਵਿੱਚ ਦਲਿਤ ਵੀ ਹੈ, ਉਹਨਾਂ ਦੇ ਵਿੱਚ ਪਛੜੇ ਵੀ ਹੈਗੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਗੁਰੂ ਕੀ ਗੋਲਕ ਦੇ ਵਿੱਚੋਂ 1 ਲੱਖ ਰੁਪਈਆ ਦੇਣ ਦਾ ਐਲਾਨ ਕਰ ਦਿੱਤਾ ਜਾਂ ਦੇ ਰਹੇ ਹੈ ਜੀ, ਤਾਂ ਇਹ ਸਾਡੇ ਜਿਹੜੇ ਹੈ ਗੁਰੂਆਂ ਦੇ ਉਸ ਆਸ਼ੇ ਮੁਤਾਬਕ ਹੈ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਉਹਦੇ 'ਚੋਂ ਦਿੰਦੇ ਹੈ। ਉਹਦੇ ਵਾਸਤੇ ਕਿਸੇ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਨੇ ਉਹਨਾਂ ਨੂੰ ਗ੍ਰਾਂਟ ਨਹੀਂ ਦਿੱਤੀ ਹੋਈ। ਜਿਹੜਾ ਉੱਥੇ ਚੜਾਵਾ ਚੜ੍ਹਦਾ ਉਹ ਸ਼ਰਧਾਲੂਆਂ ਵੱਲੋਂ ਦਿੱਤਾ ਜਾਂਦਾ ਹੈ, ਔਰ ਉਹਦੇ ਵਿੱਚੋਂ ਜੇ ਉਹਨਾਂ ਨੇ ਕਿਸੇ ਨੂੰ ਕੁਛ ਦੇ ਦਿੱਤਾ ਤਾਂ ਕੀ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਆਖਰੀ 18 ਵਰ੍ਹੇ ਉਹਨਾਂ ਨੇ ਖੁਦ ਵਾਹੀ ਕੀਤੀ ਹੈ ਜੀ। ਉਹਨਾਂ ਨੇ ਕੋਈ ਬਿਜ਼ਨਸ ਕਰਨਾ ਸੀ, ਉਹਨਾਂ ਨੇ ਕਣਕ ਕਪਾਹ ਕੋਈ ਬਣਾ ਕੇ ਵੇਚਣੀ ਥੋੜਾ ਸੀ, ਉਹਨਾਂ ਨੇ ਕਿਰਤ ਨੂੰ ਪ੍ਰਫੁੱਲਤ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਜੀ ਇੱਧਰ ਨੂੰ ਭੇਜਿਆ, ਪੰਜਾਬ ਵਾਲੇ ਪਾਸੇ, ਸਰਹੰਦ ਵਾਲੇ ਪਾਸੇ ਭੇਜਿਆ, ਤਾਂ ਉਸ ਵੇਲੇ ਦਾ ਜਿਹੜਾ ਮੰਜ਼ਰ ਕੀ ਸੀ ਜੀ, ਜ਼ਮੀਨਾਂ ਦੀ ਮਾਲਕੀ ਵੱਡੇ ਵੱਡੇ ਜ਼ਗੀਰਦਾਰਾਂ ਕੋਲੇ ਸੀ। ਬੰਦਾ ਸਿੰਘ ਬਹਾਦਰ ਨੇ ਜਿਹੜਾ ਸਿੱਖ ਰਾਜ ਸਥਾਪਿਤ ਕੀਤਾ, ਉਹਦੇ ਵਿੱਚ ਪਹਿਲਾ ਹੁਕਮ ਹੀ ਇਹ ਕੀਤਾ ਸੀ ਕਿ ਜਿਹੜੇ ਮੁਜਾਰੇ ਆ ਉਹਨਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਜਾਂਦੇ ਜੀ। ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਚੱਲਦੀ ਤੇ ਇਹਨਾਂ ਨੂੰ ਇਤਰਾਜ਼ ਇਹਦੇ ਤੇ ਕੀ ਹੈ। ਸੋ ਇਸ ਮੌਕੇ ਜਿਹੜੀ ਆਪਾਂ ਕਹਿੰਦੇ ਆ ਕਿਸਾਨਾਂ ਨੂੰ ਇਕਮੁੱਠ ਕਰਨ ਦਾ ਜਿਹੜਾ ਸੱਦਾ ਦਿੱਤਾ ਹੈ ਜੀ, ਇਹ ਸੱਦਾ ਦਿੱਤਾ ਕੀ ਨੇ? ਇਹ ਦਿੱਤਾ ਪੰਜਾਬ ਦੇ ਕਿਸਾਨਾਂ ਨੇ ਜੀ। ਤੇ ਪੰਜਾਬ ਦੇ ਕਿਸਾਨਾਂ ਨੇ ਹੁਣ ਜਿਹੜਾ ਰੁਖ ਕਰ ਲਿਆ ਬੰਗਾਲ ਦਾ। ਪਹਿਲਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਇਕੱਲਾ ਗਿਆ ਸੀ, ਤੇ ਹੁਣ ਮਨਜੀਤ ਸਿੰਘ ਧਨੇਰ ਵਰਗੇ ਹੋਰਾਂ ਦਾ ਇੱਕ ਡੈਪੂਟੇਸ਼ਨ ਗਿਆ। ਅੱਛਾ, ਡੈਪੂਟੇਸ਼ਨ ਚਲਾ ਗਿਆ, ਇੱਕ ਵਫਦ ਚਲਾ ਗਿਆ, ਤੇ ਉਹ ਵਫਦ ਪਿਛਲੇ 2-3 ਦਿਨਾਂ ਤੋਂ ਉੱਥੇ ਹੈ। ਉਹ ਬੰਗਾਲ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੈ ਜੀ। ਉਹ ਬੰਗਾਲ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹੈ, ਰੈਲੀਆਂ ਕਰ ਰਹੇ ਹੈ, ਔਰ ਉਹ ਬੰਗਾਲੀਆਂ ਨੂੰ ਸੱਦਾ ਦੇ ਰਿਹਾ ਕਿ ਬੰਗਾਲੀਓ ਜੋ ਮਰਜ਼ੀ ਹੈ ਕਰ ਲਓ, ਜਿਹਨੂੰ ਮਰਜ਼ੀ ਪਾ ਦਿਓ, ਬੀਜੇਪੀ ਨੂੰ ਵੋਟਾਂ ਨਾ ਪਾਓ। ਕਿਉਂ ਨਾ ਪਾਓ? ਕਿਉਂਕਿ ਉਹ ਜਿਹੜੀ ਮੈਂ ਰਾਕੇਸ਼ ਟਕੈਤ ਨੇ ਕਿਹਾ ਸੀ ਕਿ ਹੁਣ ਇਹਨਾਂ ਨੂੰ ਹੋਰ ਕੋਈ ਬੋਲੀ ਸਮਝ ਨਹੀਂ ਆਉਂਦੀ। ਇਹਨਾਂ ਦੀ ਸਿਰਫ ਤੇ ਸਿਰਫ ਜਿਹੜੀ ਰਾਜਨੀਤੀ ਹੈ ਵੋਟ ਤੱਕ ਨਿਰਭਰ ਹੈ ਜੀ, ਤੇ ਵੋਟ ਦੇ ਉੱਤੇ ਅਸੀਂ ਚੋਟ ਕਰਨੀ ਹੈ। ਸੋ ਇਹ ਕਿਸਾਨਾਂ ਨੇ ਜਾ ਕੇ ਜੀ ਬੰਗਾਲ ਦੇ ਵਿੱਚ ਵੋਟ ਦੇ ਉੱਤੇ ਚੋਟ ਕਰਨੀ ਸ਼ੁਰੂ ਕਰ ਦਿੱਤੀ, ਔਰ ਉਸ ਚੋਟ ਦਾ ਅਸਰ ਵੀ ਦਿਸਣਾ ਸ਼ੁਰੂ ਹੋ ਗਿਆ। ਉਹਦਾ ਅਸਰ ਦਿਸਣਾ ਸ਼ੁਰੂ ਹੋ ਗਿਆ। ਜਿਹੜੇ ਕਿਸਾਨ ਲੀਡਰ ਗਏ ਹੈ ਉਹਨਾਂ ਦੀਆਂ ਇੰਟਰਵਿਊ ਸੁਣ ਲਓ। ਉੱਥੋਂ ਦੇ ਸਥਾਨਕ ਲੋਕਾਂ ਨੂੰ ਤੁਸੀਂ ਦੇਖੋ ਕਿ ਇਹ ਗੋਦੀ ਮੀਡੀਆ ਤਾਂ ਬੰਗਾਲ ਦੀ ਕੋਈ ਗੱਲ ਹੀ ਨਹੀਂ ਕਰਦਾ। ਜੇ ਮਮਤਾ ਬੈਨਰਜੀ ਦੇ ਉੱਤੇ ਹਮਲਾ ਹੁੰਦਾ ਹੈ
ਜੀ ਉਹਨੂੰ ਤਾਂ ਗੋਦੀ ਮੀਡੀਆ ਦਿਖਾਉਂਦਾ ਨਹੀਂ, ਪਰ ਜੇ ਜੇਪੀ ਨੱਡੇ ਦੇ ਉੱਤੇ ਪਤਾ ਨਹੀਂ ਕਿਸੇ ਨੇ ਪੱਥਰ ਮਾਰਿਆ ਕਿ ਨਹੀਂ ਮਾਰਿਆ, ਤੇ ਤਿੰਨ ਅਫਸਰਾਂ ਨੂੰ ਸਮਨ ਕਰ ਲਿਆ, ਕਹਿੰਦੇ ਜੀ ਦਿੱਲੀ ਆ ਜਾਓ। ਇੱਥੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ, ਪਰ ਜੇ ਤੁਸੀਂ ਸੋਸ਼ਲ ਮੀਡੀਆ ਨੂੰ ਦੇਖੋ, ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਦਿਖਾਇਆ ਕਿ ਕਿਸਾਨਾਂ ਦੇ ਉੱਥੇ ਜਾਣ ਨਾਲ ਉਹਨਾਂ ਦੇ ਸੱਦੇ ਦਾ ਕਿੱਡਾ ਵੱਡਾ ਅਸਰ ਹੋ ਰਿਹਾ ਜੀ। ਸੋਸ਼ਲ ਮੀਡੀਆ ਇਹ ਵੀ ਦਿਖਾ ਰਿਹਾ ਕਿ ਮਮਤਾ ਬੈਨਰਜੀ ਦੇ ਉੱਤੇ ਜਿਹੜਾ ਅਟੈਕ ਹੋਇਆ, ਉਸ ਅਟੈਕ ਤੋਂ ਬਾਅਦ ਬੰਗਾਲੀਆਂ ਦੀ ਜਿਹੜੀ ਗੈਰਤ ਆ ਉਹ ਜਾਗੀ ਹੈ। ਅੱਛਾ ਜੀ। ਔਰ ਉਹ ਕਿਵੇਂ ਗਲੀਆਂ ਦੇ ਵਿੱਚ ਨਿਕਲ ਕੇ ਮੁਜ਼ਾਹਰੇ ਕਰ ਰਹੇ, ਇਹ ਸਾਰੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ। ਉਹਨਾਂ ਪਤਾ ਨਾ ਬਾਅਦ ਚ ਸਾਡੇ ਨਾਲ ਕੀ ਕਰ ਬਿਲਕੁਲ 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 ਜੀ ਬਿਲਕੁਲ ਆਹ ਚੀਜ਼ ਹੈ। ਕਿਉਂਕਿ ਢਿੱਲੋਂ ਸਾਹਿਬ ਹੁਣ ਉਹ ਗੱਲ ਤਾਂ ਰਹੀ ਨਹੀਂ, ਜੇ ਗੋਦੀ ਮੀਡੀਆ ਨਹੀਂ ਦਿਖਾ ਰਿਹਾ ਤਾਂ ਸੋਸ਼ਲ ਮੀਡੀਆ ਦਿਖਾ ਰਿਹਾ ਇੱਕ ਦੂਜੇ ਦੇ ਵਿੱਚ। ਹੁਣ ਇਸ ਦੇ ਜ਼ਰੀਏ ਤਾਂ ਦੁਖੀ ਹੋਏ ਬੈਠੇ ਵੀ ਫੇਸਬੁੱਕ ਨੂੰ ਹੁਣ ਥੋੜ੍ਹੀ ਜਿਹੀ ਸ਼ਿਕਾਇਤ ਕਰੋ। ਮੈਂ ਹੈਰਾਨ ਹੈ ਕਿ ਇੰਡੀਅਨ ਗੌਰਨਮੈਂਟ ਦੇ ਕਹਿਣ ਤੇ ਫੇਸਬੁੱਕ ਜਿਹੜੀ ਹੈ ਉਹ ਵਿਦੇਸ਼ਾਂ 'ਚ ਬੈਠਿਆਂ ਦੇ ਅਕਾਊਂਟ ਬੰਦ ਕਰੀ ਜਾ ਰਹੀ ਹੈ। ਜਿਹੜਾ ਡਿਜੀਟਲ ਮੀਡੀਆ ਹੈ, ਹੁਣ ਡਿਜੀਟਲ ਮੀਡੀਆ ਦਾ ਗਲ ਘੁੱਟਿਆ ਜਾ ਰਿਹਾ ਤਾਂ ਕਿ ਲੋਕਾਂ ਤੱਕ ਠੀਕ ਸੂਚਨਾ ਨਾ ਪਹੁੰਚੇ। ਤੇ ਹੁਣ ਕਿਸਾਨਾਂ ਨੇ ਨਵਾਂ ਐਲਾਨ ਕਰ ਦਿੱਤਾ ਜੀ, ਨਵਾਂ ਪ੍ਰੋਗਰਾਮ ਦੇ ਦਿੱਤਾ ਹੈ। ਕੀ ਪ੍ਰੋਗਰਾਮ ਹੈ ਜੀ? ਦੇਖੋ ਜੀ, ਨਵਾਂ ਪ੍ਰੋਗਰਾਮ ਇਹ ਹੈ, ਕਿਸਾਨਾਂ ਨੂੰ 26 ਤਾਰੀਖ ਨੂੰ 4 ਮਹੀਨੇ ਹੋ ਜਾਣਗੇ ਜੀ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ। ਤੇ ਉਹ ਤੋਂ ਪਹਿਲਾਂ ਫਿਰ ਉਹਨਾਂ ਦਾ ਪ੍ਰੋਗਰਾਮ ਵੀ ਆ ਗਿਆ ਜੀ ਕਿ ਆਪਾਂ ਵਿਹਲੇ ਤਾਂ ਬੈਠਣਾ ਨਹੀਂ। ਵੈਸੇ ਜੇ ਆਪਾਂ ਕਿਸਾਨਾਂ ਦਾ ਅੰਦੋਲਨ ਦੇਖੀਏ, ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਜੀ ਕਿਸਾਨ ਅੰਦੋਲਨ ਜਿਹੜਾ ਹੈਗਾ ਕਮਜ਼ੋਰ ਪੈ ਗਿਆ। ਅੱਛਾ ਜੀ। ਉਹ ਕਹਿੰਦੇ ਜੀ ਸਿੰਘੂ ਬਾਰਡਰ ਤੇ ਵੀ ਘਟ ਗਿਆ, ਟਿਕਰੀ ਬਾਰਡਰ ਤੇ ਤਾਂ ਖੈਰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਪਹੁੰਚੇ ਹੋਏ ਹੈ ਜੀ। ਲੇਕਿਨ ਜੇ ਆਪਾਂ ਦੇਖੀਏ ਤੁਹਾਡਾ ਗਾਜੀਪੁਰ, ਹਾਂਜੀ, ਗਾਜੀਪੁਰ ਦੇ ਉੱਤੇ ਭਾਵੇਂ ਕੱਟ ਥੋੜਾ ਜਿਹਾ ਘਟਿਆ, ਪਰ ਇਹ ਦੇਖ ਲੈਣਾ ਚਾਹੀਦਾ ਇਹਨਾਂ ਨੂੰ ਕਿ ਲੋਕ ਕਰ ਕੀ ਰਹੇ ਜੀ। ਉਹ ਲੀਡਰ ਕੀ ਕਰ ਰਿਹਾ? ਲੀਡਰ ਉੱਥੇ ਕੁਝ ਬਾਰਡਰਾਂ ਤੇ ਨਹੀਂ ਬੈਠੇ, ਲੀਡਰ ਹੁਣ ਖਿੱਲਰ ਗਏ ਜੀ, ਫੀਲਡ 'ਚ ਨਿਕਲ ਗਏ। ਜੇ ਮਨਜੀਤ ਸਿੰਘ ਧਨੇਰ ਤੇ ਰਜਿੰਦਰ ਦੀਪ ਸਿੰਘ ਵਾਲਾ ਵਗੈਰਾ ਜੀ ਬੰਗਾਲ ਦੇ ਵਿੱਚ ਫਿਰਦੇ ਹੈ। ਅੱਜ ਜਿਹੜੀ ਹੈ ਚੰਡੀਗੜ੍ਹ ਸ਼ਾਇਦ ਪ੍ਰੈਸ ਕਾਨਫਰੰਸ ਕੀਤੀ ਹੈ ਬਲਵੀਰ ਸਿੰਘ ਰਾਜੇਵਾਲ ਹੋਣਾ ਨੇ, ਤੇ ਰਕੇਸ਼ ਟਕੈਤ ਹੋਣੀ ਵੀ ਕਿਤੇ ਨਾ ਕਿਤੇ ਫਿਰਦੇ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਹਾ ਪੰਚਾਇਤਾਂ ਹੋ ਰਹੀਆਂ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਲੋਕ ਆ ਰਹੇ ਹੈ। ਜਿਹੜੀਆਂ ਤੁਹਾਡੀ ਇਸਤਰੀ ਕੌਮਾਂਤਰੀ ਇਸਤਰੀ ਦਿਵਸ ਸੀ, ਉਸ ਮੌਕੇ ਤੇ ਜਿਹੜਾ ਫੰਕਸ਼ਨ ਹੋਇਆ, ਉਸ ਫੰਕਸ਼ਨ ਦੇ ਵਿੱਚ ਉੜੀਸਾ ਤੱਕ ਦੇ ਲੋਕ ਆਏ ਸੀ ਜੀ, ਦੱਖਣੀ ਭਾਰਤ ਦੇ ਵਿੱਚੋਂ ਲੋਕ ਆਏ ਸੀ। ਮੈਂ ਇੱਕ ਲੜਕੀ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਜੀ, ਉਹ ਲੜਕੀ ਉੜੀਸਾ ਚੋਂ ਆਈ ਹੈ, ਸਟੂਡੈਂਟ ਲੀਡਰ ਜੀ। ਢਿੱਲੋਂ ਸਾਹਿਬ ਸਟੂਡੈਂਟ ਲੀਡਰ ਆਈ ਆ ਉੱਥੋਂ, ਤੇ ਉਹ ਕਹਿੰਦੀ ਹੈ ਵੀ ਮੈਂ ਇਹ ਦੱਸਣ ਵਾਸਤੇ ਆਈ ਹਾਂ ਕਿ ਇਹ ਅੰਦੋਲਨ ਇਹ ਭਾਰਤੀਆਂ ਦਾ ਅੰਦੋਲਨ ਹੈ, ਇਹ ਅੰਦੋਲਨ ਸਿਰਫ ਪੰਜਾਬੀਆਂ ਦਾ ਨਹੀਂ ਜਿਹੜਾ ਇਹਨੂੰ ਬਦਨਾਮ ਕੀਤਾ ਜਾ ਰਿਹਾ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਨਾ ਚੱਲ ਰਿਹਾ, ਪਰ ਅੱਗੇ ਲੀਡਰਸ਼ਿਪ ਨੇ ਨਵਾਂ ਪ੍ਰੋਗਰਾਮ ਵੀ ਦਿੱਤਾ ਜੀ। ਨਵੇਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਦਿੱਤਾ ਜੀ ਵੀ 26 ਮਾਰਚ ਨੂੰ ਭਾਰਤ ਨੂੰ ਮੁਕੰਮਲ ਤੌਰ ਤੇ ਜਿਹੜਾ ਬੰਦ ਕੀਤਾ ਜਾਊਗਾ ਜੀ, ਤਾਂ ਕਿ ਉਹਨਾਂ ਹਿੱਸਿਆਂ 'ਚ ਜਿੱਥੇ ਅਜੇ ਤੱਕ ਅਸਰ ਨਹੀਂ ਹੋਇਆ ਉੱਥੋਂ ਤੱਕ ਲੋਕ ਜਿਹੜੇ ਹੈਗੇ ਉਹਨਾਂ ਨੂੰ ਜਗਾਇਆ ਜਾਵੇ। ਇਹਦੇ ਨਾਲ ਜਿਹੜੇ ਮਾਰਚ ਮਹੀਨੇ ਦੇ ਸਾਰੇ ਪ੍ਰੋਗਰਾਮ ਐਲਾਨ ਤੇ ਜੀ। 15 ਮਾਰਚ ਨੂੰ ਤੇਲ ਦੀਆਂ ਕੀਮਤਾਂ ਜੀ ਤੇ ਨਿੱਜੀਕਰਨ ਦੇ ਖਿਲਾਫ ਸਾਰੇ ਭਾਰਤ ਦੇ ਐਸਡੀਐਮਸ ਤੋਂ ਲੈ ਕੇ ਡੀਸੀ ਤੱਕ ਨੂੰ ਮੈਮੋਰੰਡਮ ਦਿੱਤੇ ਜਾਣਗੇ ਜੀ। ਔਰ ਇਹ ਮੈਮੋਰੰਡਮ ਇਕੱਲੇ ਕਿਸਾਨਾਂ ਵੱਲੋਂ ਨਹੀਂ ਦਿੱਤੇ ਜਾਣਗੇ, ਇਹਦੇ ਵਿੱਚ ਜਿਹੜੀ ਹੈਗੀ ਹੈ ਟ੍ਰੇਡ ਯੂਨੀਅਨ, ਜਿਹਨੂੰ ਅਸੀਂ ਵਰਕਿੰਗ ਕਲਾਸ ਕਹਿੰਦੇ ਹਾਂ, ਜਥੇਬੰਦਕ ਮਜ਼ਦੂਰ ਹੈ, ਉਹ ਵੀ ਇਹਨਾਂ ਦੇ ਨਾਲ ਆਉਣਗੇ। 15 ਤੋਂ ਬਾਅਦ ਫਿਰ ਅੱਗੇ ਆ ਜਾਂਦਾ ਜੀ 19 ਨੂੰ ਜੀ। 19 ਨੂੰ ਮੰਡੀ ਬਚਾਓ ਖੇਤੀ ਬਚਾਓ ਦਿਵਸ ਮਨਾਇਆ ਜਾ ਰਿਹਾ ਹੈ, ਔਰ ਇਹਨੂੰ ਅਸੀਂ ਕਵਾਂਗੇ ਜਿਹੜੀ ਸਾਡੀ ਮੁਜ਼ਾਹਰਾ ਲਹਿਰ ਸੀ ਜੀ, ਇਹ ਮੁਜ਼ਾਹਰਾ ਲਹਿਰ ਨੂੰ ਸਮਰਪਿਤ ਹੈ, ਇਹਦੇ ਤੇ ਬਣਾਇਆ ਜਾਊ ਜੀ। ਇਹਦੇ ਨਾਲ ਹੀ ਜੀ ਫਿਰ ਅੱਗੇ ਉਹਨਾਂ ਨੇ ਇੱਕ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਵਸ ਹੈ ਜੀ, ਔਰ ਉਸ ਦਿਨ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਸਿਰਾਂ ਦੇ ਉੱਤੇ ਜਿਹੜੀਆਂ ਬਸੰਤੀ ਪੱਗਾਂ ਬੰਨ੍ਹ ਕੇ ਜੀ ਵੱਧ ਤੋਂ ਵੱਧ ਦਿੱਲੀ ਤੱਕ ਪਹੁੰਚਣ। ਜਿਹੜੇ ਲੋਕ ਦਿੱਲੀ ਨੂੰ ਨਹੀਂ ਜਾ ਸਕਦੇ, ਉਹ ਲੋਕ ਜਿਹੜੇ ਹੈਗੇ ਹੈ ਉਹ ਤੁਹਾਡਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਹਾਂਜੀ ਬਸੰਤੀ ਪੱਗਾਂ ਬੰਨ੍ਹ ਕੇ ਪ੍ਰੋਟੈਸਟ ਕਰਨ। 17 ਮਾਰਚ ਨੂੰ ਮੋਰਚੇ ਵੱਲੋਂ ਮਜ਼ਦੂਰ ਜਥੇਬੰਦੀਆਂ, ਵੱਖ-ਵੱਖ ਟਰਾਂਸਪੋਰਟਰਾਂ ਦੀਆਂ ਕੌਮੀ ਜਥੇਬੰਦੀਆਂ ਜਿਹੜੀਆਂ, ਉਹਨਾਂ ਨੂੰ ਨਾਲ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਜਾ ਰਹੀ ਹੈ ਜੀ। ਉਹ ਕਨਵੈਨਸ਼ਨ ਸਿੰਘੂ ਮੋਰਚੇ ਤੇ ਬੁਲਾਈ ਜਾ ਰਹੀ ਹੈ। ਉਸ ਕਨਵੈਨਸ਼ਨ ਦੀ ਭੂਮਿਕਾ ਕੀ ਹੋਊਗੀ ਜੀ? ਉਸ ਕਨਵੈਨਸ਼ਨ ਦੇ ਰਾਹੀਂ ਭਾਰਤ ਬੰਦ ਨੂੰ ਜੀ ਸਾਰੇ ਦੇਸ਼ ਦੇ ਵਿੱਚ ਫੈਲਾਉਣ ਵਾਸਤੇ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਬਣਾਇਆ ਜਾਊਗਾ, ਕਿਉਂਕਿ ਜਦੋਂ ਸਾਰੀਆਂ ਜਥੇਬੰਦੀਆਂ ਟਰਾਂਸਪੋਰਟਰਾਂ ਦੀ ਲੋੜ ਪੈਣੀ ਜੀ, ਟਰਾਂਸਪੋਰਟਰਾਂ ਨੇ ਵੀ ਬੰਦ ਕਰਨੀ ਹੈ, ਵਰਕਿੰਗ ਕਲਾਸ ਦੀ ਲੋੜ ਪੈਣੀ ਹੈ, ਖੇਤ ਮਜ਼ਦੂਰ ਜਿਹੜੇ ਸਾਡੇ ਨਾਲ ਉਹਨਾਂ ਦੀ ਵੀ ਲੋੜ ਪੈਣੀ ਹੈ,
ਕਿਸਾਨ ਭਾਈਚਾਰਾ ਵੀ ਹੈ। ਸੋ ਇਹ ਜਿਹੜਾ ਹੈਗਾ 26 ਜਨਵਰੀ ਨੂੰ ਸਿਖਰ ਹੋਊ। 26 ਜਨਵਰੀ ਤੋਂ ਬਾਅਦ ਫਿਰ ਅੱਗੇ ਆ ਜਾਂਦੀ ਹੈ ਜੀ ਹੋਲੀ। ਅੱਛਾ ਜੀ। ਹੋਲੀ ਵਾਲੇ ਦਿਨ ਫਿਰ ਉਹ ਕਹਿੰਦੇ ਆ ਜਿਹੜੀਆਂ ਕਾਪੀਆਂ ਜੀ ਕਾਲੇ ਕਾਨੂੰਨਾਂ ਦੀਆਂ, ਉਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨ ਭੇਟ ਕੀਤਾ ਜਾਊ। ਅੱਛਾ ਜੀ। ਉਹਨਾਂ ਨੂੰ ਫਾੜ ਕੇ ਅੱਗ ਲਾਈ ਜਾਊਗੀ ਤਾਂ ਕਿ ਇਹ ਦੱਸਿਆ ਜਾਵੇ ਜੀ, ਇਹ ਦੱਸਿਆ ਜਾਵੇ ਕਿ ਭਾਰਤ ਦੇ ਲੋਕ ਜਿਹੜੇ ਹੈਗੇ ਉਹ ਚੁੱਪ ਕਰਕੇ ਨਹੀਂ ਬੈਠੇ, ਉਹ ਪ੍ਰੋਟੈਸਟ ਕਰਦੇ ਹੈ। 4 ਮਹੀਨੇ ਪੂਰੇ ਹੋ ਜਾਣਗੇ ਤੇ 4 ਮਹੀਨਿਆਂ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਜਿਹੜਾ ਆਊਗਾ। ਹੁਣ ਇਹ ਜਿਹੜੀਆਂ ਜੋ ਸੂਚਨਾਵਾਂ ਆ ਰਹੀਆਂ ਹੈ ਕਿਸਾਨ ਕੈਂਪ ਦੇ ਵਿੱਚੋਂ ਜੀ, ਉਹ ਸੂਚਨਾਵਾਂ ਇਹ ਆ ਰਹੀਆਂ ਕਿ ਦਿਨ ਬ ਦਿਨ ਇਸ ਅੰਦੋਲਨ ਨੂੰ ਤਿੱਖਾ ਕਰਨਾ ਹੈ ਕਿਉਂਕਿ ਜਿਹੜੀਆਂ ਮੁਸੀਬਤ ਦੀਆਂ ਘੜੀਆਂ ਸੀ ਉਹ ਮੁਸੀਬਤ ਦੀਆਂ ਘੜੀਆਂ ਬੀਤ ਗਈਆਂ। ਸਰਕਾਰ ਨੇ ਹਰ ਹਰਬਾ ਵਰਤ ਕੇ ਦੇਖ ਲਿਆ, ਸਾਰੇ ਹਰਬੇ ਫੇਲ ਹੋ ਗਏ। ਕਿਸਾਨ ਅੰਦੋਲਨ ਦੇ ਉੱਤੇ ਜਿਹੜਾ ਹੈਗਾ ਰੱਤੀ ਭਰ ਵੀ ਫਰਕ ਨਹੀਂ ਪਿਆ ਕਿ ਇਹਨੂੰ ਉਹ ਅਸਫਲ ਕਰ ਦੇਣ। ਪੂਰੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ। ਕਿਸਾਨ ਅੰਦੋਲਨ ਵੱਧ ਰਿਹਾ ਹੈ, ਲੀਡਰਸ਼ਿਪ ਵਧਾ ਰਹੀ ਹੈ ਇਹਨੂੰ। ਔਰ ਫਿਰ ਆਪਾਂ ਇਹ ਦੇਖਾਂਗੇ ਜਿਹੜਾ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ, ਬੰਗਾਲ ਦੀਆਂ ਚੋਣਾਂ ਹੋਣਗੀਆਂ। ਫੈਸਲਾ ਤਾਂ ਅਸਲ ਦੇ ਵਿੱਚ ਬੰਗਾਲ 'ਚ ਹੀ ਹੋਣਾ, ਬੰਗਾਲ 'ਚ ਹੀ ਹੋਣਾ ਕਿਉਂਕਿ ਜਿਹੜਾ ਅਸਾਮ ਸਾਥੋਂ ਬਹੁਤ ਦੂਰ ਹੈ। ਅਸਾਮ ਦੇ ਵਿੱਚ ਮੇਰਾ ਖਿਆਲ ਹੈ ਵੀ ਇਹਦੇ ਨਾਲੋਂ ਜ਼ਿਆਦਾ ਕਿਸਾਨ ਅੰਦੋਲਨ ਦੇ ਨਾਲੋਂ ਉੱਥੇ CCA ਜਿਹੜਾ ਉਹ ਨਾਗਰਿਕਤਾ ਕਾਨੂੰਨ ਹੈ ਉਹ ਇੱਕ ਵੱਡਾ ਮੁੱਦਾ, ਬਹੁਤ ਵੱਡਾ ਮੁੱਦਾ, ਉਹ ਬਹੁਤ ਵੱਡਾ ਮੁੱਦਾ। ਉਹਦਾ ਫੈਸਲਾ ਉਹਨਾਂ ਨੇ ਕਰਨਾ ਹੈ। ਤਾਮਿਲਨਾਡੂ ਦੇ ਵਿੱਚ BJP ਬਿਲਕੁਲ ਸਾਫ਼ ਹੈ, ਉੱਥੇ ਤਾਂ ਇਹਨਾਂ ਦਾ ਕੁਝ ਬਣਨਾ ਨਹੀਂ। ਠੀਕ ਹੈ। ਔਰ ਪਾਂਡੀਚੇਰੀ ਹੈ ਜਿਹੜੀ ਉਹ ਛੋਟੀ ਸਟੇਟ ਹੈ, ਦਲ ਬਦਲੀ ਕਰਵਾ ਕੇ ਉੱਥੇ ਕਾਫੀ ਸਾਰੇ ਬੰਦੇ ਇਹਨਾਂ ਨੇ ਕਾਂਗਰਸ ਦੇ ਨਾਲ ਰਲਾ ਲਏ, ਉੱਥੇ ਇੱਜ਼ਤ ਪ੍ਰਾਪਤ ਵੀ ਕਰ ਸਕਦੇ ਜੀ। ਤੇ ਬਾਕੀ ਮੇਰਾ ਨਹੀਂ ਖਿਆਲ ਵੀ ਕੁਝ ਹੋਊਗਾ। ਉਹ ਤੋਂ ਬਾਅਦ ਤੁਸੀਂ ਫਿਰ ਦੇਖੋਗੇ ਕਿਸਾਨ ਅੰਦੋਲਨ ਨੇ ਸਿਖਰ ਵੱਲ ਨੂੰ ਵਧਣਾ ਹੈ ਕਿਉਂਕਿ ਫਿਰ ਅੱਗੇ ਅਗਾਂਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਇੱਧਰ ਆ ਗਈਆਂ ਤੁਹਾਡੀਆਂ ਯੂਪੀ ਦੇ ਵਿੱਚ ਪੰਚਾਇਤੀ ਚੋਣਾਂ ਆ ਗਈਆਂ ਤੇ ਉਦੋਂ ਬਾਅਦ ਫਿਰ ਅਪ੍ਰੈਲ ਤੇ ਪੰਜਾਬ ਦੇ ਵਿੱਚ ਪੰਜਾਬ 'ਚ ਆ ਗਈਆਂ, ਯੂਪੀ 'ਚ ਆ ਗਈਆਂ। ਪੰਜਾਬ ਦਾ ਆਪਾਂ ਨੂੰ ਦੱਸੀ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਤਾਂ ਸ਼ਾਇਦ ਮੇਰਾ ਖਿਆਲ ਕੈਂਡੀਡੇਟ ਵੀ ਨਾ ਮਿਲਣ, ਉਹਦਾ ਮਿਊਨਿਸਪੈਲਿਟੀ 'ਚ ਨਹੀਂ ਮਿਲੇ। 117 ਬੰਦੇ ਨਹੀਂ ਮਿਲਨੇ ਇਹਨਾਂ ਨੂੰ। ਬਿਲਕੁਲ ਜੀ, ਨਹੀਂ ਮਿਲਦੇ ਜੀ। ਸੋ ਧੰਨਵਾਦ ਜੀ ਤੁਹਾਡਾ। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਨੂੰ YouTube ਅਤੇ Facebook ਤੇ ਦੇਖਣ ਵਾਲੇ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਕਿ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ, ਕਮੈਂਟ ਵੀ ਕਰਦਿਆ ਕਰੋ। ਬਹੁਤ ਬਹੁਤ ਧੰਨਵਾਦ। ਇਹ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।